Okay, next topic is about infertility. Infertility is what? That is inability to conceive or produce child even of 1 or 2 year of unprotected cohabitation. ठीक है, और copulation. ਉਹਨੂੰ ਅਸੀਂ ਕੀ ਕਹਿ ਦਿੰਦੇ ਹੈਗੇ ਆ, ਇਨਫਰਟੀਲਿਟੀ. ਇਨਫਰਟੀਲਿਟੀ ਦੇ ਸੋ ਮੈਨੀ ਰੀਜ਼ਨਸ ਹੋ ਸਕਦੇ ਆ, ਕਾਜ਼ਸ ਹੋ ਸਕਦੇ ਆ. ਦੇयर ਮਾਈਟ ਬੀ ਸਮ ਫਿਜ਼ੀਕਲ ਰੀਜ਼ਨਸ, ਕਾਜ਼ਸ ਇਹਦੇ. ਠੀਕ ਆ, these might be mental causes. ਠੀਕ ਆ, ਕੋਈ ਪਰਸਨ ਮੈਂਟਲੀ ਸਿੱਕ ਹੈਗਾ ਆ ਤੇ ਉਹ ਚਾਈਲਡ ਪ੍ਰੋਡਿਊਸ ਨਹੀਂ ਕਰ ਸਕਦਾ. ਦੇ ਆਰ ਨਾਟ called to be as well being. physically unfit ਹੋ ਸਕਦਾ, ਕੋਈ mentally unfit ਹੋ, ਕੋਈ emotionally unfit ਹੋ ਸਕਦਾ ਆ. ਠੀਕ ਆ, emotionally. ਠੀਕ ਆ, emotionally unfit. ਠੀਕ ਆ, these all are the causes of infertility. So ਫਸਟ ਆਫ ਆਲ ਤਾਂ ਇਹੀ ਆ ਕਿ ਇਮੋਸ਼ਨਲੀ ਐਂਡ ਮੈਂਟਲੀ ਕਿਸੇ ਦਾ ਵੀ ਜਿਹੜਾ ਸਟੇਟਸ ਆ ਉਹ ਸਹੀ ਹੋਣਾ. ਠੀਕ ਆ, ਮਤਲਬ ਪੋਜ਼ੀਟਿਵਿਟੀ ਜਾਂ ਵੀ ਕੈਨ ਸੇ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮੈਂਟਲ ਡਿਸਆਰਡਰ ਹੈਗਾ ਆ ਉਹਨੂੰ ਪਹਿਲਾਂ ਰਿਮੂਵ ਕਰਨਾ. ਫਿਰ ਉਸ ਤੋਂ ਬਾਅਦ ਫਿਜ਼ੀਕਲ ਫੈਕਟਰਸ ਦੇਖੇ ਜਾਂਦੇ ਆ ਕਿ ਫਿਜ਼ੀਕਲੀ ਉਹ ਪਰਸਨ ਫਿੱਟ ਹੈ ਜਾਂ ਨਹੀਂ ਹੈ. ਦੇयर ਮਾਈਟ ਬੀ ਸੋ ਮੈਨੀ ਰੀਜ਼ਨਸ ਲਾਈਕ ਓਲੀਗੋਸਪਰਮੀਆ ਹੋ ਗਿਆ. ਠੀਕ ਆ, ਜਾਂ ਓਵੂਲੇਸ਼ਨ ਨਾ ਹੋਣਾ. ਠੀਕ ਆ, ਜਾਂ ਕੁਛ ਹੋਰ ਕਈ ਤਰ੍ਹਾਂ ਦੇ ਹੋਰ ਕਾਜ਼ਸ ਵੀ ਹੋ ਸਕਦੇ ਹੈਗੇ ਆ. ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਇਨਫਰਟੀਲਿਟੀ ਤਾਂ ਹੋ ਗਈ ਹੈ ਨਾ. ਹੁਣ ਇਸ ਇਨਫਰਟੀਲਿਟੀ ਨੂੰ ਅਸੀਂ ਟਰੀਟ ਕਿੱਦਾਂ ਕਰ ਸਕਦੇ ਹਾਂ. ਠੀਕ ਆ, ਨਾਓ ਅ ਡੇਜ਼ ਵੀ ਹੈਵ ਡਿਫਰੈਂਟ ਟੈਕਨੀਕਸ ਵਿਦ ਵਿਚ ਵੀ ਕੈਨ ਟਰੀਟ ਦਾ ਇਨਫਰਟੀਲਿਟੀ ਟਰੀਟਮੈਂਟ. ਤੇ ਟਰੀਟਮੈਂਟ ਜਿਹੜੀ ਹੈਗੀ ਆ ਇਹਦੇ ਵਿੱਚ ਸਾਡੇ ਕੋਲੇ ਫਰਸਟ ਜਿਹੜੀ ਬਹੁਤ ਜ਼ਿਆਦਾ ਕਾਮਨ ਤੁਸੀਂ ਸੁਣੀ ਹੋਣੀ ਆ, ਟੈਸਟ ਟਿਊਬ ਬੇਬੀਜ਼. ਠੀਕ ਆ, ਸੁਣਿਆ ਕਿ ਨਹੀਂ? ਟੈਸਟ ਟਿਊਬ ਬੇਬੀਜ਼ ਦਾ ਮਤਲਬ ਇਹ ਨਹੀਂ ਹੁੰਦਾ ਕਿ ਟੈਸਟ ਟਿਊਬਾਂ ਦੇ ਵਿੱਚ ਉਹ ਬੇਬੀਜ਼ ਪੂਰੇ ਡਿਵੈਲਪ ਹੁੰਦੇ ਆ. ਇਹ ਸਿਰਫ ਇੱਕ ਨਾਮ ਹੈਗਾ ਆ. ਟੈਸਟ ਟਿਊਬ ਬੇਬੀ ਦਾ ਮਤਲਬ ਆ ਕਿ ਐਗ ਕਲੈਕਟ ਕੀਤਾ ਜਾਂਦਾ ਫਰੋਮ ਦਾ ਫੀਮੇਲ, ਸਪਰਮ ਕਲੈਕਟ ਕੀਤਾ ਜਾਂਦਾ ਫਰੋਮ ਦਾ ਮੇਲ, ਇਨ ਵਿਟਰੋ ਫਰਟੀਲਾਈਜੇਸ਼ਨ ਹੁੰਦੀ ਆ, ਐਂਡ ਆਫਟਰ ਫਰਟੀਲਾਈਜੇਸ਼ਨ 8 ਸੈਲ ਸਟੇਜ 'ਤੇ, 16 ਸੈਲ ਸਟੇਜ 'ਤੇ, 32 ਸੈਲ ਸਟੇਜ 'ਤੇ, ਵਟ ਐਵਰ ਦੈਟ ਇਜ਼ ਕਨਵੀਨੀਐਂਟ ਅਕੋਰਡਿੰਗ ਟੂ ਦਾ ਸਿਚੁਏਸ਼ਨਸ ਦੇਖਿਆ ਜਾਂਦਾ ਹੈ. ਅਤੇ ਉਹਨੂੰ ਇੰਪਲਾਂਟ ਕਰ ਦਿੱਤਾ ਜਾਂਦਾ ਹੈਗਾ ਆ. ਵੈਦਰ ਕਿਹੜੀ ਸੈਲ ਸਟੇਜ ਹੈਗੀ ਆ, ਜਦੋਂ ਅਸੀਂ ਇੰਪਲਾਂਟੇਸ਼ਨ ਕੀਤੀ ਸੀਗੀ ਨੈਚੁਰਲੀ 3rd ਲੈਸਨ ਦੇ ਵਿੱਚ, ਅਤੇ ਆਪਾਂ ਪੜ੍ਹਿਆ ਸੀਗਾ ਕਿ ਕਿਸ ਸਟੇਜ ਦੇ ਉੱਤੇ ਆ ਕੇ ਯੂਟਰਸ ਦੇ ਵਿੱਚ ਇੰਪਲਾਂਟ ਹੁੰਦੀ ਆ ਫਿਟਸ. ਅਤੇ ਉਸ ਸਟੇਜਸ ਦੇ ਅਕੋਰਡਿੰਗ ਕਿ ਉਹਨੂੰ ਫੈਲੋਪੀਅਨ ਟਿਊਬ 'ਚ ਛੱਡਣਾ ਹੈਗਾ ਆ ਉਹ ਜਿਹੜਾ ਫਿਟਸ ਹੈਗਾ ਆ ਜਿਹੜਾ ਅਸੀਂ ਇਨ ਵਿਟਰੋ ਤਿਆਰ ਕੀਤਾ ਟੈਸਟ ਟਿਊਬ ਦੀ ਹੈਲਪ ਨਾਲ, ਜਾਂ ਉਹਨੂੰ ਯੂਟਰਸ 'ਚ ਛੱਡਣਾ ਹੈਗਾ ਆ, ਦੈਟ ਡਿਪੈਂਡਸ. ਠੀਕ ਆ, ਸੋ ਟੈਸਟ ਟਿਊਬ ਬੇਬੀਜ਼ ਦੇ ਵਿੱਚ ਕੀ ਕੀਤਾ ਜਾਂਦਾ ਆ, ਓਵਮ ਕਲੈਕਟਡ, ਠੀਕ ਆ, ਪਲੱਸ ਸਪਰਮ ਕਲੈਕਟਡ, in vitro fertilization, implanted back to uterus or ovary. ठीक है, implanted to uterus and ovary. Got it? ਦੈਨ ਨੈਕਸਟ ਚੀਜ਼ ਹੈ ਜਿਹੜੀ ਹੈਗੀ ਆ ਇਹਦੀ, ਨੈਕਸਟ ਜਿਹੜਾ ਟਾਈਪ ਹੈਗੀ ਆ, ਇਹਨੂੰ ਇਰੇਜ਼ ਕਰਦਾ. ਹਾਂਜੀ, ਇਨਫਰਟੀਲਿਟੀ ਕਿਉਰ ਮੈਥਡਸ ਨਾ. फर्स्ट टेस्ट ट्यूब हो गया, टेस्ट ट्यूब बेबीज हो गया. सेकंड वन इज इन्हें दिता है जिफ्ट. गिफ्ट भी कह सकते हैं, जिफ्ट भी कह सकते हैं, GIFT, गैमीट इंट्रा फैलोपियन ट्रांसफर. ठीक है,
ਗੈਮੀਟਸ ਨੂੰ ਫਲੋਪੀਅਨ ਟਿਊਬ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ। ਹੁਣ ਇਹਦੇ ਵਿੱਚ ਇਹਦੇ ਨਾਮ ਤੋਂ ਬਹੁਤ ਜ਼ਿਆਦਾ ਕਲੀਅਰ ਆ ਕਿ ਗੈਮੀਟ ਉਹ ਸਪਰਮਸ ਵੀ ਹੋ ਸਕਦੇ ਆ, ਐਗ ਵੀ ਹੋ ਸਕਦੇ ਆ, ਠੀਕ ਆ। ਦੈਟ ਵੇਰੀਜ਼ ਅਕੋਰਡਿੰਗ ਟੂ ਦ ਸਿਚੁਏਸ਼ਨ ਆਫ ਦ ਪੇਸ਼ੈਂਟ, ਕਿ ਸਪਰਮ ਜਿਹੜੇ ਹੈਗੇ ਆ ਉਹ ਉਸ ਕੇਸ ਦੇ ਵਿੱਚ ਇੰਟਰੋਡਿਊਸ ਕੀਤੇ ਜਾਂਦੇ ਆ ਜਦੋਂ ਕਿ ਐਗ ਪ੍ਰੋਡਕਸ਼ਨ ਇਜ਼ ਨਾਰਮਲ, ਬਟ ਜਿਹੜਾ ਸਪਰਮ ਹੈਗਾ ਆ ਉਹ ਨਹੀਂ ਪ੍ਰੋਪਰਲੀ ਬਣ ਰਿਹਾ, ਜਾਂ ਸਪਰਮਸ ਦੀ ਜਿਹੜੀ ਡੈਥ ਹੋ ਜਾਂਦੀ ਹੈਗੀ ਆ ਬਿਫੋਰ ਦੈਟ ਰੀਚਸ ਟੂ ਦਾ ਓਵਮ। ਮਤਲਬ ਕਿ ਮੇ ਬੀ ਯੂਰੀਨਰੀ ਟਰੈਕ ਜਿਹੜਾ ਆ ਜਾਂ ਰਿਪਰੋਡਕਟਿਵ ਟਰੈਕ ਜਿਹੜਾ ਹੈਗਾ ਫੀਮੇਲਸ ਉਹ ਜ਼ਿਆਦਾ ਐਸਿਡਿਕ ਹੋਣ ਦੀ ਵਜ੍ਹਾ ਨਾਲ ਜਾਂ ਕੁਛ ਹੋਰ ਰੀਜ਼ਨਸ ਕਰਕੇ ਜਿਹੜਾ ਸਪਰਮ ਆ ਬਿਫੋਰ ਰੀਚਿੰਗ ਟੂ ਦਾ ਓਵਮ ਉਹ ਡੈਡ ਹੋ ਜਾਂਦਾ ਆ। That's why gamete intrafallopian transfer is being performed, ਠੀਕ ਆ। ਉਸ ਤੋਂ ਬਾਅਦ ਜਿਹੜਾ ਗੈਮੀਟ ਇੰਟਰਾਫਲੋਪੀਅਨ ਟ੍ਰਾਂਸਫਰ ਹੈਗਾ ਆ ਇਹਦੇ ਨਾਲ ਹੀ ਸਾਡੇ ਕੋਲੇ ਪੈਰਲਲੀ ਚੱਲਦਾ ਹੈਗਾ ਆ ਜਿਹੜਾ ਜ਼ਾਈਗੋਟ ZIFT, ਠੀਕ ਆ। ਜ਼ਾਈਗੋਟ ਇੰਟਰਾਫਲੋਪੀਅਨ ਟ੍ਰਾਂਸਫਰ ਵੀ ਉਹੀ ਜਿਹਦਾ ਟੈਸਟ ਟਿਊਬ ਦੇ ਵਿੱਚ ਆਪਾਂ ਐਗ ਤੇ ਜਿਹੜਾ ਸਪਰਮ ਹੈਗਾ ਉਹਨਾਂ ਨੂੰ ਫਿਊਜ਼ ਕਰਾ ਕੇ ਜ਼ਾਈਗੋਟ ਬਣਾਇਆ ਸੀਗਾ ਜਿਹੜਾ ਹੈਗਾ ZIFT। ਉਹਦੇ ਵਿੱਚ ਕੀ ਹੁੰਦਾ ਹੈਗਾ ਆ ਜ਼ਾਈਗੋਟ, ਬਾਕੀ ਸੇਮ ਆ, ਠੀਕ ਆ। ਜ਼ਾਈਗੋਟ ਕੀ ਹੁੰਦਾ, ਹੁਣ ਓਵਮ ਪਲੱਸ ਸਪਰਮ, ਇਹੀ ਹੁੰਦਾ ਜ਼ਾਈਗੋਟ। 2 ਹੈ ਨੰਬਰ ਆਫ ਕ੍ਰੋਮੋਸੋਮ ਹੈ ਨਾ। ਜ਼ਾਈਗੋਟ ਤੋਂ 8 ਸੈਲ ਸਟੇਜ ਜਿਹੜੀ ਹੈਗੀ ਆ ਜਾਂ 16 ਸੈਲ ਸਟੇਜ ਜਿਹੜੀ ਹੈਗੀ ਉਸ ਟਾਈਮ ਤੇ ਆਣ ਕੇ ਯੂਟਰਸ ਦੇ ਵਿੱਚ ਇੰਪਲਾਂਟ ਹੁੰਦਾ ਜਿਹੜਾ ਜ਼ਾਈਗੋਟ ਆ, ਤੇ ਜ਼ਾਈਗੋਟ ਅਸੀਂ ਫਿਊਜ਼ ਕਰਾ ਕੇ ਜਸਟ ਉਹਨੂੰ ਛੱਡ ਦਿੱਤਾ ਦੁਬਾਰਾ ਫਲੋਪੀਅਨ ਟਿਊਬ ਦੇ ਵਿੱਚ ਹੀ, ਫਿਰ ਫਲੋਪੀਅਨ ਟਿਊਬ ਚੋਂ ਨੈਚੁਰਲੀ ਵਾਪਸ ਯੂਟਰਸ ਤੱਕ ਆਉਂਦਾ ਹੈਗਾ ਆ, ਠੀਕ ਆ। ਦੈਟਸ ਇਟ। ਆਫਟਰ ਦੈਟ ICSI ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨਸ, ਇਹ ਵੀ ਸੇਮ ਹੀ ਆ। ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨਸ, ਠੀਕ ਆ। ਸਪਰਮਸ ਨੂੰ ਇੰਟਰੋਡਿਊਸ ਕੀਤਾ ਜਾਂਦਾ ਹੈਗਾ ਫੀਮੇਲ ਰਿਪਰੋਡਕਟਿਵ ਟਰੈਕ ਦੇ ਵਿੱਚ। ਦੈਨ ਆਰਟੀਫਿਸ਼ੀਅਲ ਇਨਸੈਮੀਨੇਸ਼ਨ। ਆਰਟੀਫਿਸ਼ੀਅਲ ਇਨਸੈਮੀਨੇਸ਼ਨ 'ਚ ਟੋਟਲੀ ਜਿਹੜਾ ਸੀਮਨ ਹੈਗਾ ਆ ਉਹਨੂੰ ਕਲੈਕਟ ਕਰਕੇ ਫੀਮੇਲ ਰਿਪਰੋਡਕਟਿਵ ਟਰੈਕ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਜਾਂਦਾ ਹੈਗਾ ਆ। ਤੇ ਇਹ ਜਿਹੜੀਆਂ ਟੈਕਨੀਕਸ ਹੈਗੀਆਂ ਨੇ these are performed by literally very professional people, ਠੀਕ ਆ। ਸਪੈਸ਼ਲੀ ਉਹ ਇਹਨਾਂ ਦੇ ਵਿੱਚ ਹੀ ਮਾਸਟਰਸ ਕਰ ਚੁੱਕੇ ਹੁੰਦੇ ਹੈਗੇ ਆ ਜਿਹੜੇ ਕਿ ਵੀ ਇਨਫਰਟੀਲਿਟੀ ਕਿਉਰ ਮੈਥਡਸ ਜਿਹੜੇ ਆ ਪਰਫਾਰਮ ਕਰਦੇ ਆ, ਠੀਕ ਆ। ਸਰਜੀਕਲ ਮੈਥਡਸ ਜਾਂ ਚਾਹੇ ਜਿੱਦਾਂ ਦੇ ਵੀ ਮੈਥਡਸ ਹੈਗੇ ਆ। ਉਸ ਤੋਂ ਬਾਅਦ ਸਾਡੇ ਕੋਲੇ ਇੱਕ IUT ਟਰਮ ਵੀ ਹੈਗੀ ਆ ਇਹਨਾਂ ਦੇ ਨਾਲ ਹੀ ਮਿਲਦੀ ਜੁਲਦੀ। ਇਹਨੂੰ ਅਸੀਂ 5th ਕਰ ਦਿੰਦੇ ਆ, ਇਹਨੂੰ ਅਸੀਂ 6th ਕਰ ਦਿੰਦੇ ਆ, ਤੇ ਵੀ ਹੈਵ ਹੇਅਰ IUT ਇੰਟਰਾ ਯੂਟੇਰਾਈਨ ਟ੍ਰਾਂਸਫਰ, ਠੀਕ ਆ। ਇੱਥੇ ਕੀ ਹੁੰਦਾ ਹੈ ਕਿ ਯੂਟਰਸ 'ਚ ਟ੍ਰਾਂਸਫਰ ਕਰਦੇ ਆ ਅਸੀਂ ਸਪਰਮ ਐਂਡ ਐਗ ਨੂੰ ਫਿਊਜ਼ ਕਰਾ ਕੇ, ਠੀਕ ਆ। ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਇਸੇ ਹੀ ਚੈਪਟਰ 'ਚ ਆਈ ਡੋਂਟ ਨੋ ਇੱਥੇ ਹੈ ਜਾਂ ਨਹੀਂ ਹੈ, ਬਟ ਦੇਰ ਇਜ਼ ਅ ਟਰਮ, ਸ਼ੁਡ ਆਈ ਰੇਜ਼ ਇਟ? देयर इज अ टर्म surrogate mothers, ठीक है। surrogate mother, surrogate mothers की ਹੁੰਦੀਆਂ ਹੈਗੀਆਂ ਨੇ if a woman is not conceiving, ठीक है, due to the defaulter uterus कि ਉਹਦੀ uterus work नहीं कर रही हैगी and implantation नहीं हो रही, but the egg production is okay, ठीक है। in any female, if egg production is normal but the uterus is not functional, यूट्रस ਦਾ फंक्शनल ना होने का की मतलब है कि यूट्रस इंप्लांट नहीं होने दे रही हैगी कोई भी एम्ब्रियो ਨੂੰ,
ਵੀ ਉਹ ਬਾਰ-ਬਾਰ ਉਹਨੂੰ ਟਰਮੀਨੇਟ ਕਰੀ ਜਾ ਰਹੀ ਆ, ਉਹਨੂੰ ਐਡਹੈਸਿਵਨੈਸ ਉਹਦੇ 'ਚ ਨਹੀਂ ਹੈਗੀ ਕਿ ਫੀਟਸ ਉਹਨਾਂ ਨਾਲ ਅਟੈਚ ਹੋ ਸਕੇ। ਯੂਟਰਸ ਇਜ਼ ਨਾਟ ਫੰਕਸ਼ਨਲ ਦੈਨ any other female who contributes in we can say in the treatment of infertility by giving its uterus या body for implantation of the couple। ठीक है, implantation of fetus of that particular couple। मतलब कि कोई एक कपल आ ਜਿਹੜਾ कि continuous efforts तो बाद भी conceive नहीं कर पा रहा just because कि फीमेल ਦੀ यूट्रस नहीं फंक्शनल हैगी। in that case there are certain females, आजकल ये काफ़ी ज़्यादा हाई लेवल का बिजनेस भी हैगा या somehow females they contribute in that process, they just give their uterus or womb on rent we can say। ठीक है, they just charge for that for the whole life and they nourish that couple's fetus in their womb। ठीक है, मतलब यूट्रस या वोम रेंट दे देना मतलब ये नहीं कि बॉडी चो कढ़ के दे देना इट जस्ट मीनस कि वो जिहड़ा कपल सीगा जिहड़ा कपल सीगा इस कपल का जिहड़ा एक डिवेलपिंग फिटस सी, क्योंकि एग उस कपल का सी, स्पर्म उस कपल का सीगा एंड व्हेन दैट फिटस वाज डिवेलपिंग ओदियां डेवलपमेंटल स्टेजेस जिथे जाके प्रॉब्लम हो रही है फर्टिलाइजेशन दी उस टाइम दे उत्ते ओनू उस द थर्ड वन फीमेल जड़ी सीगी सैकेंड फीमेल जड़ी कपल तो बाहर वाली ਉਹਦੇ ਵਿੱਚ ਉਸ ਫਿਟਸ ਨੂੰ ਇੰਪਲਾਂਟ ਕਰਵਾਇਆ ਜਾਂਦਾ ਹੈਗਾ ਆ ਐਂਡ ਥਰੂ ਆਊਟ ਦਾ 9 ਮੰਥਸ ਔਰ ਜਿਹੜਾ ਵੀ ਗੈਸਟ੍ਰੇਸ਼ਨ ਪੀਰੀਅਡ ਆ ਉਹ ਫਿਟਸ ਉਸ ਮਦਰ ਦੀ ਬੋਡੀ 'ਚ ਡਿਵੈਲਪ ਕਰਦਾ, ਦੈਟ ਇਜ਼ ਨੋਨ ਐਜ਼ ਸੈਰੋਗੇਟ ਮਦਰ। ਠੀਕ ਆ, ਕਲੀਅਰ ਆ? ਦਿਸ ਵਾਜ਼ ਆਲ ਅਬਾਊਟ ਯੂਅਰ 4th ਚੈਪਟਰ। ਇਨ ਐਨੀ ਵੇ ਜਿਹੜੀਆਂ ਅਸੀਂ ਇਹ ਟਰੀਟਮੈਂਟਸ ਕੀਤੀਆਂ ਹੈਗੀਆਂ ਇਨਫਰਟੀਲਿਟੀ ਕਿਉਰ ਮੈਥਡਸ, ਇਹਨਾਂ ਦੇ ਕੁਝ ਡਰਾਬੈਕਸ ਆ। ਬੇਸਿਕਲੀ ਇਹਨਾਂ ਦੇ ਡਰਾਬੈਕਸ ਹੈਗੇ ਨੇ ਕਿ ਇਹ ਸਾਰੇ ਇਮੋਸ਼ਨਲੀ ਐਂਡ ਐਥੀਕਲੀ ਪੀਪਲ ਜਿਹੜੇ ਹੈਗੇ ਉਹਨਾਂ ਨੂੰ ਟੀਜ਼ ਕਰਦੇ ਆ। ਠੀਕ ਆ, ਕਾਈਂਡ ਆਫ ਟੀਜ਼ਿੰਗ ਫॉर ਪੀਪਲ ਇਨ ਇਮੋਸ਼ਨਲ ਔਰ ਐਥੀਕਲ ਵੇ। ਠੀਕ ਆ, ਸੋ ਦਿਸ ਇਜ਼ ਆਲ ਅਬਾਊਟ ਯੂਅਰ 4th lesson reproductive health। I hope all the things are clear। We will continue with the 5th lesson tomorrow onwards। ठीक है।